ਵਿਣ ਗੁਣ ਕੀਤੇ ਭਗਤ ਨਾ ਹੋਏ। हे ਵਾਹਿਗੁਰੂ ਜੀ, ਬਿਨਾਂ ਗੁਣਾਂ ਨੂੰ ਧਾਰਨ ਕੀਤਿਆਂ ਭਗਤ ਨਾ ਹੋਏ, ਤੁਹਾਡੀ ਭਗਤੀ ਨਹੀਂ ਹੋ ਸਕਦੀ। ਜਿਸ ਮਨੁੱਖ ਨੇ ਵਾਹਿਗੁਰੂ ਦੀ ਭਗਤੀ ਕਰਨੀ ਹੈ, ਉਹਨੂੰ ਦੈਵੀ ਗੁਣ ਤਾਂ ਧਾਰਨ ਕਰਨੇ ਹੀ ਪੈਣਗੇ। ਉਹ ਦੈਵੀ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਦੈਵੀ ਗੁਣ ਨੇ। ਸਤ ਦਾ ਅਰਥ ਹੈ ਸੱਚ ਬੋਲਣਾ, ਸਤ ਪ੍ਰਤੱਗੀ ਹੋਣਾ। ਜਿਸਨੇ ਭਗਤੀ ਕਰਨੀ ਹੈ ਉਹਨੂੰ ਸੱਚ ਦੀ ਟੇਕ ਲੈਣੀ ਪਵੇਗੀ। ਦੂਸਰਾ, ਸੰਤੋਖ ਦਾ ਗੁਣ ਵੀ ਉਸ ਨੂੰ ਧਾਰਨ ਕਰਨਾ ਪਵੇਗਾ। ਇਹ ਨਹੀਂ ਸਹਿਸ ਕਟੇ ਲੱਖ ਕੋ ਉਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤੇ ਇੱਕ ਪਾਸੇ ਮਾਇਆ ਪਿੱਛੇ ਦੌੜਿਆ ਫਿਰੇ ਤੇ ਨਾਲ ਆਖੇ ਨਾਮ ਵੀ ਮੈਨੂੰ ਮਿਲ ਜਾਵੇ। ਇਹ ਦੋ ਗੱਲਾਂ ਨਹੀਂ ਹੋ ਸਕਦੀਆਂ। ਪਹਿਲਾਂ ਸਤ, ਫਿਰ ਸੰਤੋਖ ਨੂੰ ਧਾਰਨ ਕਰਨਾ ਪਵੇਗਾ ਜੇ ਭਗਤੀ ਕਰਨੀ ਹੈ। ਦਇਆ ਵੀ ਧਾਰਨ ਕਰਨੀ ਪਵੇਗੀ। ਦਇਆ ਧਰਮ ਦੀ ਮਾਂ ਹੈ। ਸਤ, ਸੰਤੋਖ, ਦਇਆ, ਧਰਮ, ਫਿਰ ਅੱਗੇ ਧਰਮ ਨੂੰ ਵੀ ਧਾਰਨ ਕਰਨਾ ਪਵੇਗਾ। ਧਰਮ ਕੀ ਹੈ? ਉਹ ਆਚਾਰ ਤੇ ਵਿਚਾਰ ਜਿਸ ਨੂੰ ਧਾਰਨ ਕਰਨ ਦੇ ਨਾਲ ਆ ਵੀ ਲੋਕ ਸੁਖਮਈ ਤੇ ਪ੍ਰਲੋਕ ਵੀ ਕਲਿਆਣਕਾਰੀ ਬਣ ਜਾਵੇ, ਉਹਨੂੰ ਧਰਮ ਕਹਿੰਦੇ ਨੇ। ਜਾਂ ਗੁਰਬਾਣੀ ਅੰਦਰ ਧਰਮ ਦਾ ਇਹ ਵੀ ਰੂਪ ਲਿਖਿਆ ਹੈ, ਤਾਜ ਸਾਹਿਬ ਪਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਜ਼ੂਰ ਕਹਿੰਦੇ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਪਵੇਗਾ ਤੇ ਨਾਲ ਵਿਚਾਰ, ਗੁਰਬਾਣੀ ਦੀ ਵਿਚਾਰ ਵੀ ਕਰਨੀ ਪਵੇਗੀ। ਜੇ ਭਗਤੀ ਕਰਨੀ ਹੈ ਇਹਨਾਂ ਸਾਰੀਆਂ ਗੱਲਾਂ ਤੇ ਪਹਿਰਾ ਦੇਣਾ ਪਵੇਗਾ। ਇਹਦੇ ਨਾਲ ਕੁਝ ਹੋਰ ਵੀ ਗੁਣ ਨੇ, ਕਰਨਾ, ਮੁਦਤਾ, ਮੈਤਰੀ, ਉਪੇਖਸ਼ਾ। ਕਰਨਾ ਦਾ ਅਰਥ ਹੈ ਕਿਰਪਾ। ਤੁਹਾਨੂੰ ਕਿਸੇ ਦੁਖੀ ਨੂੰ ਵੇਖ ਕੇ ਕਿਰਪਾ ਵੀ ਕਰਨੀ ਪਵੇਗੀ। ਕਿਸੇ ਦੀ ਵਡਿਆਈ ਨੂੰ ਦੇਖ ਕੇ ਖੁਸ਼ ਹੋਣਾ, ਇਹਨੂੰ ਮੁਦਤਾ ਕਹਿੰਦੇ ਨੇ। ਆਮ ਤੌਰ ਤੇ ਸਾਡਾ ਸੁਭਾਅ ਇਹ ਹੁੰਦਾ ਹੈ, ਜੇ ਕੋਈ ਦੁਖੀ ਆਪਾਂ ਨੂੰ ਹੋਰ ਦੁਖੀ ਕਰਦੇ ਹਾਂ। ਜੇ ਕਿਸੇ ਨੂੰ ਰੱਬ ਕੋਈ ਪਦਾਰਥ ਦੇ ਦਿੰਦਾ ਹੈ, ਕਿਸੇ ਦੀ ਐਸ਼ਵਰਜ ਨੂੰ ਵੇਖ ਕੇ ਅਸੀਂ ਸਗੋਂ ਖੁਸ਼ ਨਹੀਂ ਹੁੰਦੇ ਬਲਕਿ ਜੈਲਸ ਕਰਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ ਜੇ ਭਗਤੀ ਕਰਨੀ ਹੈ ਇਹ ਗੁਣ ਧਾਰਨ ਕਰਨੇ ਪੈਣਗੇ। ਕਰਨਾ, ਮੁਦਤਾ, ਮੈਤਰੀ ਦਾ ਅਰਥ ਹੈ ਸਭ ਦੇ ਨਾਲ ਮਿੱਤਰਤਾ ਪਾਉਣੀ ਪਵੇਗੀ। ਦੁਸ਼ਮਣਾਂ ਨੂੰ ਵੀ ਆਪਣਾ ਬਣਾਉਣਾ ਪਵੇਗਾ ਜੇ ਭਗਤੀ ਕਰਨੀ ਹੈ। ਜਿਵੇਂ ਭਾਈ ਕਨ੍ਹਈਆ ਜੀ ਨੇ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਜਦੋਂ ਦੁਸ਼ਮਣਾਂ ਨੂੰ ਵੀ ਮਿੱਤਰ ਸਮਝ ਲਈਏ ਨਾ, ਤੇ ਫਿਰ ਅਸਲੀ ਭਗਤੀ ਤਾਂ ਹੁੰਦੀ ਹੈ। ਮੈਤਰੀ, ਉਪੇਖਸ਼ਾ। ਉਪੇਖਸ਼ਾ ਵੀ ਇੱਕ ਵੱਡਾ ਗੁਣ ਹੈ। ਉਪੇਖਸ਼ਾ ਉਸ ਨੂੰ ਕਹਿੰਦੇ ਨੇ ਵੀ ਕਿਸੇ ਨੂੰ ਭਲੇ ਦਾ ਉਪਦੇਸ਼ ਦੇਣਾ। ਕਈ ਮਨੁੱਖ ਇਹੋ ਜਿਹੇ ਨੇ, ਜਦੋਂ ਆਪਾਂ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ ਔਰ ਉਹ ਸਾਡੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ, ਸੁਣ ਕੇ ਉਸੇ ਵੇਲੇ ਫੇਰ ਲਾਪਰਵਾਹੀ ਕਰਦੇ ਨੇ, ਅਣਸੁਣੀ ਕਰ ਦਿੰਦੇ ਨੇ। ਪਰ ਉਹਨਾਂ ਦੇ ਨਾਲ ਵੀ ਈਰਖਾ ਨਹੀਂ ਕਰਨੀ, ਵੈਰ ਨਹੀਂ ਕਰਨਾ, ਔਰ ਉਹਦੇ ਭਲੇ ਦੀ ਗੱਲ ਉਹਨੂੰ ਕਹਿੰਦੇ ਰਹਿਣਾ ਹੈ। ਉਹ ਮੰਨੇ ਚਾਹੇ ਨਾ ਮੰਨੇ, ਇਹ ਵੀ ਇੱਕ ਉਪੇਖਸ਼ਾ ਗੁਣ ਹੋਣਾ ਚਾਹੀਦਾ। ਨਹੀਂ ਤੇ ਜੇ ਕੋਈ ਮਾੜੀ ਜੀ ਕੋਈ ਸਾਡੀ ਗੱਲ ਨਾ ਮੰਨੇ ਤੇ ਆਪਾਂ ਉਸੇ ਵੇਲੇ ਦੁਸ਼ਮਣੀ ਪਾ ਲੈਂਦੇ ਹਾਂ। ਪਰ ਜੇ ਭਗਤੀ ਕਰਨੀ ਹੈ ਤੇ ਫਿਰ ਇਹ ਗੁਣ ਧਾਰਨ ਕਰਨੇ ਪੈਣਗੇ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਗੁਣ ਤਾਂ ਤੇਰੇ ਵਿੱਚ ਨੇ, ਮੈਂ ਨਾ ਹੀ ਕੋਈ, ਮੇਰੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ, ਤੇ ਬਿਨਾਂ ਗੁਣਾਂ ਨੂੰ ਸੰਗ੍ਰਹਿ ਕੀਤੇ ਤੋਂ ਤੁਹਾਡੀ ਭਗਤੀ ਨਹੀਂ ਹੋ ਸਕਦੀ। ਇਸ ਲਈ ਕਿਰਪਾ ਕਰੋ, ਸਾਨੂੰ ਦੈਵੀ ਗੁਣ ਬਖਸ਼ੋ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ। ਹਜ਼ੂਰ ਨੇ 7ਵੀਂ ਪੌੜੀ ਵਿੱਚ ਫਰਮਾਇਆ ਸੀ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਉਹ ਵਾਹਿਗੁਰੂ ਦਿਆਲੂ ਕਿਰਪਾਲੂ ਹੈ, ਜਿਹੜੇ ਬਿਲਕੁਲ ਨਿਰਗੁਣਿਆਰੇ ਜੀਵ ਨੇ। ਨਿਰਗੁਣਿਆਰਾ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਕੋਈ ਵੀ ਗੁਣ ਨਹੀਂ। ਸਾਡੇ ਵਿੱਚ ਵੀ ਕੋਈ ਗੁਣ ਤੇ ਹੈ ਨਹੀਂ, ਤੇ ਔਗਣ ਇੰਨੇ ਨੇ। ਸਤਿਗੁਰੂ ਦੀ ਬਾਣੀ ਵਿੱਚ ਲਿਖਿਆ, ਕਦੇ ਆਪਣੀ ਔਗਣਾਂ ਵੱਲ ਨਜ਼ਰ ਮਾਰ ਕੇ ਤਾਂ ਦੇਖੋ। ਜੇਤਾ ਸਮੁੰਦ ਸਾਗਰ ਨੀਰ ਭਰਿਆ,
ते औगण हमारे, दया करो किश मेहरे पावो डुबदे पत्थर तारे। ਔਗਣਾਂ ਦੇ ਨਾਲ ਅਸੀਂ ਭਰੇ ਹੋਏ ਹਾਂ, ਅਸੀਂ ਖਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾ ਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵਡ ਗੁਨਹਗਾਰ। ਸਾਡੇ ਵਿੱਚ ਔਗਣ ਕਿੰਨੇ ਨੇ, ਜੇ ਕਿਧਰੇ ਸਾਡੇ ਔਗਣਾਂ ਦੀ ਗਿਣਤੀ ਸ਼ੁਰੂ ਹੋ ਜਾਵੇ ਨਾ, ਤਾਂ ਸਤਿਗੁਰੂ ਦੀ ਬਾਣੀ ਵਿੱਚ ਬੜਾ ਸੁੰਦਰ ਲਿਖਿਆ ਹੈ, ਲੇਖੈ ਕਤਹਿ ਨਾ ਛੂਟੀਐ। ਖਿਨ ਖਿਨ ਭੁੱਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰੋ ਤਾਰ। ਲੇਖੇ ਦੇ ਨਾਲ ਨਹੀਂ ਸਾਡਾ ਭਲਾ ਹੋ ਸਕਦਾ, ਲੇਖੇ ਨਾਲ ਨਹੀਂ ਸਾਡਾ ਛੁਟਕਾਰਾ ਹੋ ਸਕਦਾ। ਕਿਸੇ ਕਵੀ ਨੇ ਵੀ ਬੜਾ ਸੁੰਦਰ ਖਿਆਲ ਪ੍ਰਗਟਾਇਆ ਹੈ। ਉਹ ਕਹਿੰਦਾ ਹੈ, ਕਾਗਦ ਲੇਖਾ ਜਾਓ ਕਰੋ ਕਹਾਂ ਪਜਾਵੋ ਨਾਥ। ਔਗਣ ਮੇਰੇ ਬਖਸ਼ੀਏ ਮਾਥੇ ਧਰੀਏ ਹੱਥ। ਜੇ ਸਾਡੇ ਔਗਣਾਂ ਨੂੰ ਤੁਸੀਂ ਵਿਚਾਰਨ ਲੱਗ ਪਏ, ਫਿਰ ਸਾਡੀ ਮੁਕਤੀ ਨਹੀਂ ਹੋਣੀ। ਬਸ ਆਪਣਾ ਮਿਹਰਾਂ ਭਰਿਆ ਹੱਥ ਸਾਡੇ ਸਿਰ ਤੇ ਰੱਖ ਦਿਓ, ਇਹਦੇ ਨਾਲ ਹੀ ਸਾਡੀ ਕਲਿਆਣ ਹੋ ਸਕਦੀ ਹੈ, ਇਹਦੇ ਨਾਲ ਹੀ ਸਾਡਾ ਭਲਾ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਵਾਹਿਗੁਰੂ ਜੀ ਸਾਰੇ ਗੁਣ ਤਾਂ ਤੇਰੇ ਵਿੱਚ ਨੇ, ਮੇਰੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ, ਤੇ ਤੁਹਾਡੇ ਬਖਸ਼ੇ ਹੋਏ ਗੁਣਾਂ ਨੂੰ ਧਾਰਨ ਕੀਤੇ ਤੋਂ ਬਿਨਾਂ ਤੁਹਾਡੀ ਭਗਤੀ ਨਹੀਂ ਹੋ ਸਕਦੀ। ਇਸ ਲਈ ਅਸਾਂ ਸੁਣਿਆ ਹੈ ਤੁਸੀਂ ਨਿਰਗੁਣਿਆਰਿਆਂ ਤੇ ਵੀ ਗੁਣ ਕਰਦੇ ਹੋ, ਤੇ ਗੁਣਾਂ ਵਾਲਿਆਂ ਨੂੰ ਵੀ ਹੋਰ ਵੱਡੇ ਗੁਣ ਬਖਸ਼ਿਸ਼ ਕਰ ਦਿੰਦੇ ਹੋ। ਤੇ ਕਿਰਪਾ ਕਰੋ ਸਾਨੂੰ ਵੀ ਉਹ ਗੁਣ ਬਖਸ਼ੋ, ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਭਗਤੀ ਕਰ ਸਕੀਏ, ਸਿੱਖੀ ਕਮਾ ਸਕੀਏ, ਅਸੀਂ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਇਹ ਤੁਹਾਡੀ ਕਿਰਪਾ ਦੇ ਨਾਲ ਹੀ ਦੈਵੀ ਗੁਣ ਪ੍ਰਾਪਤ ਹੋ ਸਕਦੇ ਹਨ। ਸਵਸਥ ਆਥ ਬਾਣੀ ਬਰਮਾਓ, ਤੇ ਨਾਲ ਹੀ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ। ਆ ਜੋ ਆਪ ਜੀ ਦੀ ਅੰਮ੍ਰਿਤ ਰੂਪ ਬਾਣੀ ਹੈ, ਸਵਸਥ ਆਥ, ਸਵਸਥ ਦਾ ਅਰਥ ਹੈ ਸਵਖਤ, ਭਾਵ ਅੰਮ੍ਰਿਤ ਵੇਲੇ। ਆਥ ਦਾ ਅਰਥ ਹੈ ਜਦੋਂ ਸੂਰਜ ਅਸਤ ਹੁੰਦਾ ਹੈ, ਸ਼ਾਮ ਦਾ ਵਕਤ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਕਿਰਪਾ ਕਰੋ, ਸਵਸਥ ਆਥ ਬਾਣੀ ਬਰਮਾਓ। ਮੈਂ ਸੁਬਾਹ ਸ਼ਾਮ ਤੁਹਾਡੀ ਅੰਮ੍ਰਿਤ ਰੂਪ ਬਾਣੀ ਹਮੇਸ਼ਾ ਲਈ ਉਚਾਰਨ ਕਰਦਾ ਰਵਾਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਨਿਤਨੇਮ ਬਖਸ਼ਿਆ। ਗੁਰਸਿੱਖਾ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਉਚਾਰਨ ਕਰਨਾ, ਸੌਣ ਲੱਗਿਆਂ ਸੋਹਿਲਾ ਪੜ੍ਹਨਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ, ਰਹਿਰਾਸ ਸਾਹਿਬ ਤੇ ਸੋਹਿਲੇ ਦਾ ਪਾਠ ਲਿਖਿਆ। ਇਹ ਉਸ ਵੇਲੇ ਪੁਰਾਤਨ ਗੁਰਸਿੱਖਾਂ ਦਾ ਇਹ ਨਿਤਨੇਮ ਸੀ। ਪਹਿਲਾਂ ਜਪਜੀ ਸਾਹਿਬ ਅੰਮ੍ਰਿਤ ਵੇਲੇ ਜਾਪ ਉਚਾਰਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਅੰਮ੍ਰਿਤ ਵੇਲੇ ਦਾ ਨਿਤਨੇਮ ਜਪਜੀ ਸਾਹਿਬ ਦਾ ਸੀ, ਕਿਉਂਕਿ ਉਸ ਵੇਲੇ ਹੈ ਹੀ ਜਪਜੀ ਸਾਹਿਬ ਸੀ ਸਾਡਾ ਨਿਤਨੇਮ। ਤੇ ਫਿਰ ਤਾਂ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਬਾਣੀ ਉਚਾਰਨ ਕੀਤੀ। ਦਸ਼ਮੇਸ਼ ਪਿਤਾ ਨੇ 3 ਬਾਣੀਆਂ ਉਚਾਰਨ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਜਿਹੜੀਆਂ ਉਹ 3 ਬਾਣੀਆਂ ਕਹਿੰਦੇ ਨੇ, ਜਾਪ ਸਾਹਿਬ, ਸੁਦਾ ਸਵਈਏ ਤੇ ਚੌਪੀ ਸਾਹਿਬ। ਇਹ 3 ਬਾਣੀਆਂ ਕਲਗੀਧਰ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਤੇ ਯਾਦ ਰੱਖੋ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਅੰਦਰ ਕੇਵਲ ਗੁਰਸਿੱਖ ਜਪਜੀ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਜਾਪ ਕਰਦੇ ਸਨ। ਤੇ ਫਿਰ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਤੇ ਫਿਰ ਉਹਨੂੰ 5 ਬਾਣੀਆਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਦਿੱਤਾ। ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪੀ ਤੇ ਆਨੰਦ ਸਾਹਿਬ ਦਾ ਪਾਠ ਕਰੇ, ਤੇ ਸ਼ਾਮ ਨੂੰ ਰਹਿਰਾਸ ਸੌਣ ਲੱਗਿਆਂ ਸੋਹਿਲੇ ਦਾ ਪਾਠ। ਇਹ 7 ਬਾਣੀਆਂ ਦਾ ਰੋਜ਼ ਦਾ ਨਿਤਨੇਮ ਹੈ, ਜੋ ਗੁਰਸਿੱਖ ਨੂੰ ਕਰਨ ਦੀ ਆਗਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ, ਉਹ ਇਹ ਗੱਲ ਸਾਨੂੰ ਸਮਝਾ ਰਹੇ ਹਨ, ਸਵਸਥ ਆਥ ਬਾਣੀ ਬਰਮਾਓ। ਅੰਮ੍ਰਿਤ ਵੇਲੇ ਉੱਠ ਕੇ, ਸਵਸਥ ਦਾ ਅਰਥ ਹੈ ਸਵਖਤਾ, ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਉੱਠ ਕੇ ਤੇ ਆਥ ਜਦੋਂ ਸੂਰਜ ਅਸਤ ਹੋਵੇ ਸੰਧਿਆ ਦੇ ਸਮੇਂ, ਤੇ ਮਹਾਰਾਜ ਮੈਂ ਬਾਣੀ ਬਰਮਾਓ, ਆਪ ਜੀ ਦੀ ਬਾਣੀ ਉਚਾਰਨ ਕਰਨਾ। ਆਹ ਜਿਹੜੀ ਪਵਿੱਤਰ ਬਾਣੀ ਹੈ, ਯਾਦ ਰੱਖੋ, ਇਹ ਕੋਈ ਮਨੁੱਖ ਦੀ ਰਚਨਾ ਨਹੀਂ ਹੈ।
ਇਹ ਕਿਸੇ ਕਵੀ ਦੀ ਕਵਿਤਾ ਵੀ ਨਹੀਂ ਹੈ, ਇਹ ਕਿਸੇ ਲਿਖਾਰੀ ਦੀ ਲਿਖਤ ਵੀ ਨਹੀਂ ਹੈ। ਇਹ ਬਾਣੀ ਹੈ ਕਿ ਇਹ ਬਾਣੀ ਅਕਾਲ ਪੁਰਖ ਦੀ ਆਵਾਜ਼ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਪਵਿੱਤਰ ਬਾਣੀ ਉਚਾਰਨ ਕਰਦੇ, ਕਦੇ ਇਹ ਨਹੀਂ ਸਨ ਆਖਦੇ ਵੀ ਇਹ ਬਾਣੀ ਮੈਂ ਉਚਾਰਨ ਕਰ ਰਿਹਾ ਹਾਂ। ਇਹੀ ਗੱਲ ਆਖਦੇ ਕਿ ਬਾਣੀ ਆਈ ਹੈ, ਮਰਦਾਨਿਆ ਰਬਾਬ ਛੇੜ, ਤੇ ਭਾਈ ਮਰਦਾਨਾ ਰਬਾਬ ਵਜਾਉਂਦਾ ਤੇ ਗੁਰੂ ਮਹਾਰਾਜ ਸੰਗੀਤ ਵਿੱਚ ਬਾਣੀ ਉਚਾਰਨ ਕਰਦੇ। ਐਸਾ ਰੰਗ ਵੱਜਦਾ ਤੇ ਸੁਣਨ ਵਾਲੇ ਸਾਰੇ ਹੀ ਮਸਤ ਹੋ ਜਾਂਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਆਪਣੀ ਦੇਹ ਨਾਲ ਨਹੀਂ, ਬਾਣੀ ਨਾਲ ਜੋੜਿਆ। ਹਜ਼ੂਰ ਕਹਿੰਦੇ ਨੇ ਸਵਸਥ ਬਾਣੀ ਬਰਮਾਓ। ਹੇ ਵਾਹਿਗੁਰੂ ਜੀ, ਮੈਂ ਸੁਬਾਹ ਸ਼ਾਮ ਤੁਹਾਡੀ ਬਾਣੀ ਹੀ ਉਚਾਰਨ ਕਰਾਂ। ਅੰਮ੍ਰਿਤ ਵੇਲੇ ਵੀ ਜਿਹੜਾ ਗੁਰਸਿੱਖ ਦਾ ਨਿਤਨੇਮ ਹੈ ਮੈਂ ਉਹਨੂੰ ਕਰਾਂ, ਤੇ ਸ਼ਾਮ ਨੂੰ ਵੀ ਰਹਿ ਰਾਸ ਸੋਹਿਲਾ ਪੜ੍ਹ ਕੇ ਸੌਵਾਂ। ਬਾਕੀ ਦਿਨ ਵੇਲੇ ਵੀ ਜਿੰਨੀ ਹੋਰ ਬਾਣੀ ਪੜ੍ਹੀ ਜਾਵੇ, 1430 ਪੰਨਿਆਂ ਵਿੱਚ ਸਾਰੀ ਬਾਣੀ ਅੰਮ੍ਰਿਤ ਰੂਪ ਬਾਣੀ ਹੈ, ਜਿੰਨੀ ਮਰਜ਼ੀ ਕੋਈ ਪੜ੍ਹ ਲਵੇ। ਇਹ ਤੇ ਜਿੰਨੀ ਬਾਣੀ ਵੱਧ ਪੜ੍ਹਾਂਗੇ ਤੇ ਓਨਾ ਹੀ ਵਧੇਰੇ ਆਨੰਦ ਤੇ ਵਧੇਰੇ ਰਸ ਸਾਨੂੰ ਪ੍ਰਾਪਤ ਹੁੰਦਾ ਹੈ। ਪਰ ਹਜ਼ੂਰ ਕਹਿੰਦੇ ਗੁਰਸਿੱਖ ਨੇ ਕਿਰਤ ਵਿਰਤ ਵੀ ਕਰਨੀ ਹੈ, ਇਸ ਲਈ ਸੁਬਾਹ ਸ਼ਾਮ ਦਾ ਨਿਤਨੇਮ ਨਿਯਤ ਕੀਤਾ। ਹੁਣ ਨਹੀਂ ਆਮ ਜਿਹੜੇ ਦੂਜੇ ਧਰਮ ਸਨ, ਜਦੋਂ ਆਪਾਂ ਉਹਨਾਂ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਹਿੰਦੂਆਂ ਦੀਆਂ 3 ਸੰਧਿਆ ਨੇ ਵੀ 3 ਟਾਈਮ ਉਹ ਕਹਿੰਦੇ ਵੀ ਰੱਬ ਦਾ ਨਾਂ ਲੈਣਾ। ਚਲੋ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਲੈਣਾ ਪ੍ਰਵਾਨ ਕੀਤਾ। ਤੇ ਮੁਸਲਮਾਨ ਉਹ ਕਹਿੰਦੇ 5 ਵਕਤ ਨਮਾਜ਼ ਪੜ੍ਹੋ। ਹੁਣ ਕੰਮ ਛੱਡ ਕੇ 5 ਵਾਰੀ ਨਮਾਜ਼ ਪੜ੍ਹਨੀ, 3 ਵਾਰੀ ਸੰਧਿਆ ਕਰਨੀ। ਸਤਿਗੁਰੂ ਕਹਿੰਦੇ ਭਾਈ ਨਹੀਂ, 2 ਟਾਈਮ ਦਾ ਨਿਤਨੇਮ ਗੁਰਸਿੱਖ ਕਰ ਲਵੇ ਬਹੁਤ ਹੈ। ਇਹ ਸਾਡੀਆਂ ਸਹੂਲਤਾਂ ਨੂੰ ਮੁੱਖ ਰੱਖ ਕੇ ਸਤਿਗੁਰੂ ਨੇ ਕੀਤਾ ਵੀ 2 ਟਾਈਮ। ਅੰਮ੍ਰਿਤ ਵੇਲੇ ਵੀ ਸਾਡੇ ਕੋਲੇ ਸਮਾਂ ਹੁੰਦਾ ਹੈ, ਕੰਮ ਤੇ ਜਾਣ ਤੋਂ ਪਹਿਲਾਂ ਜਰਾ ਉੱਠ ਕੇ ਆਪਦਾ ਨਿਤਨੇਮ ਕਰ ਲਵੋ, ਤੇ ਫਿਰ ਆਪਾਂ ਦਿਨੇ ਕੰਮ ਕਰਕੇ ਸ਼ਾਮ ਨੂੰ ਘਰ ਆ ਹੀ ਜਾਂਦੇ ਹਾਂ, ਤੇ ਸ਼ਾਮ ਨੂੰ ਫਿਰ ਨਿਤਨੇਮ ਕਰੋ। ਕਿੰਨਾ ਸੌਖਾ ਤੇ ਆਸਾਨ ਸਤਿਗੁਰੂ ਮਹਾਰਾਜ ਨੇ ਸਾਡੇ ਲਈ ਤਰੀਕਾ ਬਣਾਇਆ। ਸਵਸਥ ਆਥ ਬਾਣੀ ਬਰਮਾਓ, ਸਵੇਰੇ ਤੇ ਸ਼ਾਮ ਮਹਾਰਾਜ ਬਾਣੀ ਉਚਾਰਨ ਕਰਾਂ। ਇਹ ਤੁਹਾਡੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਤੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਤ ਸੁਹਾਣ ਸਦਾ ਮਨ ਚਾਓ। ਹੇ ਵਾਹਿਗੁਰੂ ਜੀ, ਸਤ ਤੁਹਾਡਾ ਜਿਹੜਾ ਸਰੂਪ ਹੈ ਹਮੇਸ਼ਾ ਰਹਿਣ ਵਾਲਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੇ ਸੁਹਾਣ ਸੁੰਦਰ ਹੈ। ਇਹ ਵਾਹਿਗੁਰੂ ਦੇ ਸਰੂਪ ਦਾ ਨਿਰਣਾ ਹੈ, ਜਿਸ ਨੂੰ ਪ੍ਰਾਤਨ ਰਿਸ਼ੀਆਂ ਮੁਨੀਆਂ ਨੇ ਸਤ ਚਿਦ ਆਨੰਦ ਰੂਪ ਦੇ ਵਿੱਚ ਵਰਣਨ ਕੀਤਾ ਹੈ। ਹਜ਼ੂਰ ਉਸ ਵਾਹਿਗੁਰੂ ਦੇ ਰੂਪ ਨੂੰ ਸਤ ਸੁਹਾਣ ਸਦਾ ਮਨ ਚਾਓ, ਜਿਸ ਦੇ ਮਨ ਦੇ ਵਿੱਚ ਸਦਾ ਹੀ ਚਾਓ ਉਮਾ ਤੇ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ। ਭਾਵ ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ, ਸੁਹਾਣ ਸੁੰਦਰ ਹੈ, ਤੇ ਸਦਾ ਹੀ ਉਹਦੇ ਮਨ ਦੇ ਵਿੱਚ ਚਾਓ ਤੇ ਉਮਾ ਬਣਿਆ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਤ ਸਰੂਪ ਹੋ, ਸੁਹਾਣ ਸੁੰਦਰ ਹੋ, ਤੁਹਾਡੇ ਮਨ ਵਿੱਚ ਹਮੇਸ਼ਾ ਲਈ ਖੇੜਾ ਹੀ ਖੇੜਾ ਹੈ। ਬਸ ਤੁਸੀਂ ਕਿਰਪਾ ਕਰੋ ਮੈਂ ਤੁਹਾਡੀ ਬਾਣੀ ਹੀ ਉਚਾਰਨ ਕਰਾਂ, ਜਿਹਦੇ ਵਿੱਚ ਸਤ ਸੁਹਾਣ ਸਦਾ ਮਨ ਚਾਓ ਤੁਹਾਡੇ ਇਸ ਸਰੂਪ ਦਾ ਨਿਰਣਾ ਕੀਤਾ ਹੋਇਆ। ਗੁਰਬਾਣੀ ਵਿੱਚ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ, ਜਾਂ ਉਹਦੇ ਆਪਣੇ ਅਸਲੀ ਗੁਣਾਂ ਦੀ ਮਹਿਮਾ ਹੈ, ਤੇ ਜਾਂ ਉਹਦੇ ਸਰੂਪ ਦੀ ਮਹਿਮਾ ਸੁੰਦਰਤਾ ਸਤਿਗੁਰੂ ਨੇ ਬਿਆਨ ਕੀਤੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ ਮੈਂ ਸੁਬਾਹ ਸ਼ਾਮ ਤੁਹਾਡੀ ਬਾਣੀ ਨਾਲ ਜੁੜਿਆ ਰਵਾਂ। ਕਿਉਂਕਿ ਬਾਣੀ ਪੜ੍ਹਨੀ ਵੀ ਇਹ ਇੱਕ ਭਗਤੀ ਦਾ ਅੰਗ ਹੈ। ਬਾਣੀ ਪੜ੍ਹਨਾ, ਹਰ ਵੇਲੇ ਬਾਣੀ ਪੜ੍ਹਨਾ, ਇਹ ਵੀ ਇੱਕ ਬਹੁਤ ਵੱਡੀ ਇਬਾਦਤ ਹੈ। ਇਸੇ ਲਈ ਹਜ਼ੂਰ ਕਹਿੰਦੇ, ਵਾਹਿਗੁਰੂ ਕਿਰਪਾ ਕਰ ਮੈਂ ਸੁਬਾਹ ਸ਼ਾਮ ਵੀ ਬਾਣੀ ਪੜ੍ਹਾਂ,
ਤੇ ਜੇ ਤੇਰੀ ਕਿਰਪਾ ਹੋ ਜਾਵੇ ਸਵਸਥ ਆਥ ਸੁਬਾਹ ਤੋਂ ਲੈ ਕੇ ਆਥ ਸ਼ਾਮ ਤੱਕ ਸਾਰਾ ਦਿਨ ਵੀ ਮੈਂ ਬਾਣੀ ਪੜ੍ਹਦਾ ਰਵਾਂ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਕਈ ਪ੍ਰੇਮੀ ਸਾਰਾ ਦਿਨ ਵੀ ਬਾਣੀ ਪੜ੍ਹੀ ਜਾਂਦੇ ਨੇ। ਸੁਬਾਹ ਸ਼ਾਮ ਦਾ ਨਿਤਨੇਮ ਤੇ ਕਰਨਾ ਹੀ ਕਰਨਾ ਹੈ, ਪਰ ਇਸ ਤੋਂ ਬਿਨਾਂ ਸਾਰਾ ਦਿਨ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਬਾਣੀ ਪੜ੍ਹ ਸਕਦੇ ਹੋ, ਰਾਤ ਨੂੰ ਵੀ ਪੜ੍ਹ ਸਕਦੇ ਹੋ। ਸਮੇਂ ਦੀ ਕੋਈ ਪਾਬੰਦੀ ਨਹੀਂ ਹੈ, ਪਰ ਸਵੇਰੇ ਸ਼ਾਮ ਦਾ ਨਿਤਨੇਮ ਜ਼ਰੂਰੀ ਹੈ। ਹਜ਼ੂਰ ਕਹਿੰਦੇ ਨੇ ਸਵਸਥ ਆਥ ਬਾਣੀ ਬਰਮਾਓ ਵਾਹਿਗੁਰੂ ਜੀ, ਮੈਂ ਸੁਬਾਹ ਸ਼ਾਮ ਆਪ ਜੀ ਦੀ ਪਵਿੱਤਰ ਬਾਣੀ ਪੜ੍ਹਾਂ। ਤੁਹਾਡਾ ਸਰੂਪ ਸਤ ਹੈ, ਸੁਹਾਣ ਸੁੰਦਰ ਹੈ, ਸਦਾ ਮਨ ਦੇ ਵਿੱਚ ਚਾਉ ਹੈ। ਮੈਂ ਐਸੇ ਸਰੂਪ ਨੂੰ ਆਪਣੇ ਮਨ ਵਿੱਚ ਵਸਾਵਾਂ, ਇਹ ਤੁਸੀਂ ਕਿਰਪਾ ਕਰੋ। ਇਹ ਜਿਹੜੀ ਪੰਕਤੀ ਆ ਨਾ, ਸਵਸਥ ਆਥ ਬਾਣੀ ਬਰਮਾਓ, ਇਹਦੇ ਵਿਦਵਾਨਾਂ ਨੇ ਬਹੁਤ ਬਹੁਤ ਵਿਲੱਖਣ ਢੰਗ ਦੇ ਨਾਲ ਵੀ ਅਰਥ ਕੀਤੇ ਨੇ। ਸਵਸਥ ਆਥ ਬਾਣੀ ਬਰਮਾਓ ਵੀ ਕਹਿੰਦੇ ਨੇ ਸਵਸਥ ਉਹ ਵਾਹਿਗੁਰੂ ਕਲਿਆਣ ਸਰੂਪ ਹੈ, ਤੇ ਆਥ ਮਾਇਆ ਦਾ ਵੀ ਨਾਮ ਹੈ। ਮਾਇਆ ਦਾ ਵੀ ਉਹੀ ਰੂਪ ਵਾਹਿਗੁਰੂ ਪਰਮੇਸ਼ਰ ਆਪ ਹੈ। ਤੇ ਬਾਣੀ ਤੇ ਬਰਮਾਓ ਦਾ ਅਰਥ ਹੈ ਬ੍ਰਹਮ। ਇਹ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਇਹਨਾਂ ਸ਼ਬਦਾਂ ਦੁਆਰਾ ਕੀਤੀ ਹੈ। ਕਈ ਵਿਦਵਾਨਾਂ ਨੇ ਸਵਸਥ ਦਾ ਅਰਥ ਕੀਤਾ ਹੈ ਵੀ ਇਹ ਵਾਹਿਗੁਰੂ ਤੇਰੀ ਜੈ ਹੋਵੇ, ਵੀ ਵਾਹਿਗੁਰੂ ਪਰਮੇਸ਼ਰ ਦੀ ਜੈ ਕੀਤੀ ਹੈ, ਉਹਦੀ ਪ੍ਰਸ਼ੰਸਾ ਕੀਤੀ ਹੈ। ਆਥ ਦਾ ਅਰਥ ਉਹਨਾਂ ਨੇ ਕੀਤਾ ਮੈਂ ਅਤਿਥੀ ਹੋ ਕੇ, ਭਿਖਾਰੀ ਹੋ ਕੇ ਮੈਂ ਤੇਰੀ ਕਲਿਆਣ ਕਰਦਾ ਹਾਂ, ਜੈ ਹੋਵੇ ਤੇਰੀ। ਇਹ ਮੈਂ ਬਾਣੀ ਬਰਮਾਓ ਦਾ ਅਰਥ ਤੇਰੇ ਅੱਗੇ ਉਚਾਰਨ ਕਰਦਾ ਹਾਂ। ਵਿਦਵਾਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ, ਕਲਗੀਧਰ ਪਾਤਸ਼ਾਹ ਦੇ ਬਚਨ ਨੇ ਨਾ, ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪੈਨ ਪੈਨ ਤੋਹਿ ਤੇਤੀ। ਆਪੋ ਆਪਣੀ ਬੁੱਧੀ ਅਨੁਸਾਰ ਹਰ ਕੋਈ ਗੁਰਬਾਣੀ ਦੀ ਵਿਚਾਰ ਕਰ ਰਿਹਾ ਹੈ, ਪਰ ਦਾਸ ਨੂੰ ਇਹੀ ਅਰਥ ਸਰਲ ਤੇ ਸਪਸ਼ਟ ਜਾਪਿਆ ਹੈ ਜੋ ਮਹਾਂਪੁਰਖ ਵੀ ਕਰਦੇ ਹਨ ਵੀ ਸਵਸਥ ਦਾ ਅਰਥ ਅੰਮ੍ਰਿਤ ਵੇਲਾ ਤੇ ਆਹ ਦਾ ਅਰਥ ਅਸਤ ਹੋਣਾ। ਇਹ ਸਪਸ਼ਟ ਹੀ ਹੈ ਵੀ ਸੁਬਾਹ ਸ਼ਾਮ ਮੈਂ ਆਪ ਜੀ ਦੀ ਪਵਿੱਤਰ ਬਾਣੀ ਪੜ੍ਹਾਂ। ਸਤ ਸੁਹਾਣ ਸਦਾ ਮਨ ਚਾਓ, ਤੇ ਜਿਹੜਾ ਆਪ ਜੀ ਦਾ ਸਰੂਪ ਸਤ ਹੈ, ਸੁਹਾਣ ਹੈ, ਸੁੰਦਰ ਹੈ, ਤੇ ਸਦਾ ਜਿਸ ਦੇ ਮਨ ਦੇ ਵਿੱਚ ਚਾਓ ਤੇ ਉਮਾ ਬਣਿਆ ਹੋਇਆ ਹੈ, ਉਹ ਸਰੂਪ ਮੇਰੇ ਹਿਰਦੇ ਵਿੱਚ ਹਮੇਸ਼ਾ ਲਈ ਵਸ ਜਾਵੇ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਲਓ ਹੁਣ ਇਹ ਜਿਹੜੀ 21ਵੀਂ ਪੌੜੀ ਹੈ, ਤੀਰਥ ਤਪ ਦਇਆ ਦਤ ਦਾਨ, ਇਸ ਪੰਕਤੀ ਤੋਂ ਲੈ ਕੇ ਸਤ ਸੁਹਾਣ ਸਦਾ ਮਨ ਚਾਓ, ਇੱਥੋਂ ਤੱਕ ਇਹ ਜਿਹੜਾ ਨਾਮ ਦਾ ਭਗਤੀ ਦਾ ਪ੍ਰਕਰਨ ਸੀ ਉਹ ਇੱਥੇ ਸੰਪੂਰਨ ਹੋਇਆ। ਹੁਣ ਅੱਗੇ ਦੂਸਰਾ ਪ੍ਰਕਰਨ ਸ਼ੁਰੂ ਹੋ ਰਿਹਾ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਪਿੱਛੇ ਆਖਿਆ ਸੀ ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਕੁਆਓ ਬੋਲ ਤੋਂ, ਇੱਕ ਸ਼ਬਦ ਤੋਂ ਸਾਰੇ ਸੰਸਾਰ ਦੀ ਉਤਪਤੀ ਕੀਤੀ। ਤੇ ਮਹਾਰਾਜ ਸਾਨੂੰ ਇਹ ਤਾਂ ਦੱਸੋ ਕਵਣ ਸੋ ਵੇਲਾ, ਉਸ ਵੇਲੇ ਉਹ ਕਿਹੜਾ ਵੇਲਾ ਸੀ, ਵਕਤ ਕਵਣ ਤੇ ਕਿਹੜਾ ਵਕਤ ਸੀ। ਕਿਉਂਕਿ ਇਹ ਪੰਜਾਬੀ ਦੇ ਸ਼ਬਦ ਨੇ, ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਹੁਣ ਵੇਲਾ ਕੀ ਹੋ ਗਿਆ, ਤੇ ਵਕਤ ਸ਼ਬਦ ਵੀ ਆਪਾਂ ਵਰਤਦੇ ਆ ਵੀ ਹੁਣ ਵੀ ਵਕਤ ਕੀ ਹੋ ਗਿਆ। ਹਜ਼ੂਰ ਕਹਿੰਦੇ ਨੇ ਉਸ ਵੇਲੇ ਕਵਣ ਸੋ ਵੇਲਾ, ਉਹ ਵੇਲਾ ਕਿਹੜਾ ਸੀ, ਵਕਤ ਕਵਣ ਤੇ ਵਕਤ ਕਿਹੜਾ ਸੀ। ਕਿਉਂਕਿ ਵੇਲਾ ਤੇ ਵਕਤ ਨੂੰ ਜੇ ਦੋ ਥਾਵਾਂ ਵਿੱਚ ਤਕਸੀਮ ਕਰਨਾ ਹੋਵੇ ਤੇ ਮਹਾਂਪੁਰਖ ਇਉਂ ਕਰਦੇ ਸਨ ਵੀ ਉਹ ਜਿਹੜਾ ਵੇਲਾ ਦਿਨ ਦਾ ਸੀ ਜਾਂ ਵਕਤ ਉਹ ਰਾਤ ਦਾ ਵਕਤ ਸੀ। ਇਹ ਸਾਨੂੰ ਦੱਸੋ, ਜਦੋਂ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਉਸ ਵੇਲੇ ਉਹ ਦਿਨ ਦਾ ਵੇਲਾ ਸੀ ਜਾਂ ਕੋਈ ਰਾਤ ਦਾ ਵਕਤ ਸੀ, ਸਾਨੂੰ ਇਹਦੇ ਬਾਰੇ ਦੱਸਿਆ ਜਾਵੇ। ਇਹ ਪ੍ਰਸ਼ਨ ਰੂਪ ਵਾਕ ਸਤਿਗੁਰੂ ਮਹਾਰਾਜ ਉਚਾਰਨ ਕਰ ਰਹੇ ਨੇ, ਕਵਣ ਥਿਤ ਕਵਣ ਵਾਰ। ਤੇ ਮਹਾਰਾਜ ਉਸ ਵੇਲੇ ਥਿਤ ਕਿਹੜੀ ਸੀ, ਕਿਉਂਕਿ 15 ਥਿੱਤਾਂ ਨੇ ਗੁਰਬਾਣੀ ਵਿੱਚ ਵੀ ਲਿਖੀਆਂ ਹੋਈਆਂ ਨੇ, 15 ਥਿੱਤੀ ਤੈਂ 7 ਵਾਰ, 15 ਥਿੱਤਾਂ ਨੇ ਤੇ 7 ਦਿਨ ਨੇ। ਹਜ਼ੂਰ ਕਹਿੰਦੇ ਕਵਣ ਥਿਤ, ਤੇ ਥਿਤ ਕਿਹੜੀ ਸੀ, ਤੇ ਕਵਣ ਵਾਰ, ਵਾਰ ਦਾ ਅਰਥ ਹੈ ਦਿਨ, ਵੀ ਦਿਨ ਕਿਹੜਾ ਸੀ। ਜਦੋਂ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦਾ ਪਸਾਰਾ ਕੀਤਾ ਹੈ, ਕੋਈ ਇਸ ਬਾਰੇ ਦੱਸ ਸਕਦਾ ਹੈ ਕਿ ਉਸ ਵੇਲੇ ਵੇਲਾ ਕਿਹੜਾ ਸੀ, ਵਕਤ ਕਿਹੜਾ ਸੀ।
ਦਿਨ ਦਾ ਸਮਾਂ ਸੀ ਜਾਂ ਰਾਤ ਦਾ ਵਕਤ ਸੀ, ਕਿਹੜੀ ਥਿਤ ਸੀ, ਕਿਉਂਕਿ 15 ਥਿੱਤਾਂ ਵਿੱਚੋਂ ਕੋਈ ਥਿਤ ਤਾਂ ਹੋਵੇਗੀ, ਤੇ ਕਿਹੜਾ ਦਿਨ ਸੀ, ਦਿਨ 7 ਨੇ, ਉਹਨਾਂ ਵਿੱਚੋਂ ਕਿਹੜਾ ਦਿਨ ਸੀ। ਜਦੋਂ ਆਪਾਂ ਇਹ ਸਵਾਲ ਪੁੱਛਦੇ ਹਾਂ, ਕੁਝ ਹੋਰ ਵੀ ਸਵਾਲ ਅੱਗੇ ਹਨ। ਕਵਣ ਸੇ ਰੁੱਤੀ ਮਾਹੋ ਕਵਣ ਜਤ ਹੋਆ ਆਕਾਰ। ਹਜ਼ੂਰ ਕਹਿੰਦੇ ਨੇ ਕਵਣ ਸੇ ਰੁੱਤੀ, ਇਹ ਸਵਾਲ ਨੇ, ਉਹ ਰੁੱਤ ਕਿਹੜੀ ਸੀ। ਕਵਣ ਸੇ ਰੁੱਤੀ, ਉਹ ਰੁੱਤ ਕਿਹੜੀ ਸੀ, ਕਿਉਂਕਿ 6 ਰੁੱਤਾਂ ਮੰਨੀਆਂ ਨੇ। ਗੁਰਬਾਣੀ ਦੇ ਵਿੱਚ ਵੀ 6 ਰੁੱਤਾਂ ਦਾ ਜ਼ਿਕਰ ਆਇਆ ਹੈ। ਹਜ਼ੂਰ ਕਹਿੰਦੇ ਨੇ ਰੁੱਤ ਕਿਹੜੀ ਸੀ, ਮੌਸਮ ਕਿਹੜੀ ਸੀ, ਬਹਾਰ ਕਿਹੜੀ ਸੀ, ਤੇ ਮਾਹੋ ਕਵਣ, ਤੇ ਮਾਹੋ ਦਾ ਅਰਥ ਹੈ ਮਹੀਨਾ ਕਿਹੜਾ ਸੀ, ਕਿਉਂਕਿ ਸਾਲ ਦੇ 12 ਮਹੀਨੇ ਮੰਨੇ ਗਏ ਨੇ। ਉਸ ਵੇਲੇ ਮਹੀਨਾ ਕਿਹੜਾ ਸੀ। ਜਿਤ ਹੋਆ ਆਕਾਰ, ਜਿਸ ਵੇਲੇ ਇਹ ਸੰਸਾਰ ਦਾ ਆਕਾਰ ਰੰਗ ਰੂਪ ਬਣਿਆ, ਇਹ ਸੰਸਾਰ ਦਾ ਆਕਾਰ ਹੋਂਦ ਵਿੱਚ ਆਇਆ, ਉਸ ਵੇਲੇ ਕਿਹੜਾ ਮਹੀਨਾ ਸੀ, ਕਿਹੜੀ ਰੁੱਤ ਸੀ, ਕਿਹੜਾ ਦਿਨ ਸੀ, ਕਿਹੜੀ ਥਿਤ ਸੀ, ਸਮਾਂ ਰਾਤ ਦਾ ਸੀ ਜਾਂ ਦਿਨ ਦਾ ਸੀ, ਇਹਦੇ ਬਾਰੇ ਮਹਾਰਾਜ ਸਾਨੂੰ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਜਿਹੜੇ ਸਵਾਲ ਨੇ, ਸਿੱਧਾਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਵਾਲ ਕੀਤੇ ਸਨ ਐਸੇ। ਇਸ ਲਈ ਇਹ ਜਿਹੜੀ ਪਵਿੱਤਰ ਗੁਰਬਾਣੀ ਹੈ, ਜਪਜੀ ਸਾਹਿਬ, ਇਹਦੇ ਬਾਰੇ ਵੀ ਕੁਝ ਵਿਦਵਾਨਾਂ ਦਾ ਖਿਆਲ ਹੈ ਵੀ ਸਿੱਧਾਂ ਦੇ ਨਾਲ ਪ੍ਰਸ਼ਨੋਤਰੀ ਵਿਚਾਰਾਂ ਦੇ ਰੂਪ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਗਈ। ਪਰ ਇਹ ਸਾਰੀ ਜਿਹੜੀ ਗੁਰਬਾਣੀ ਹੈ, ਸਿੱਧਾਂ ਦੇ ਪ੍ਰਥਾएं ਉਚਾਰਨ ਕੀਤੀ ਹੋਈ ਨਹੀਂ ਮੰਨੀ ਜਾ ਸਕਦੀ, ਕਿਉਂਕਿ ਇਹਦੇ ਵਿੱਚ ਗੁਰਮਤਿ ਦੇ ਹੋਰ ਕਈ ਸਿਧਾਂਤ ਨੇ। ਯੋਗਮਾਦੀਆਂ ਵਿਚਾਰਾਂ ਤੋਂ ਇਲਾਵਾ ਹੋਰ ਇਹਦੇ ਵਿੱਚ ਬੜਾ ਕੁਝ ਸਤਿਗੁਰੂ ਨੇ ਗੁਰਮਤਿ ਦਾ ਸਿਧਾਂਤ ਰੱਖਿਆ ਹੈ। ਇਸੇ ਲਈ ਇਹ ਸਿੱਧਾਂ ਵੱਲੋਂ ਵੀ ਸਵਾਲ ਮੰਨੇ ਗਏ ਨੇ ਵੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਵਾਲ ਕੀਤਾ। ਚਲੋ, ਚਾਹੇ ਸਿੱਧਾਂ ਨੇ ਸਵਾਲ ਕੀਤੇ, ਚਾਹੇ ਗੁਰਸਿੱਖਾਂ ਨੇ ਕੀਤੇ, ਚਾਹੇ ਕਿਸੇ ਹੋਰ ਵਿਦਵਾਨਾਂ ਨੇ ਕੀਤੇ, ਚਲੋ ਇਹ ਸਵਾਲ ਨੇ। ਇਹ ਸਵਾਲ ਹੁਣ ਵੀ ਕਈ ਲੋਕ ਪੁੱਛਦੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਕੀ ਜਵਾਬ ਦਿੰਦੇ ਹਨ, ਲੋ ਸੰਗਤਾਂ ਧਿਆਨ ਦੇ ਨਾਲ ਸਰਵਣ ਕਰੋ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਲੋ ਹਜ਼ੂਰ ਕਹਿੰਦੇ ਨੇ ਬੜੇ ਬੜੇ ਜਿਹੜੇ ਪੰਡਤ ਨੇ, ਪੰਡਤ ਕਹਿੰਦੇ ਨੇ ਜਿਹੜੇ ਹਿੰਦੂ ਧਰਮ ਦੇ ਵਿੱਚ ਵਿਦਵਾਨ ਨੇ, ਉਹਨਾਂ ਨੂੰ ਪੰਡਤ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਬੜੇ ਬੜੇ ਪੰਡਤ ਨੇ, ਵਿਦਵਾਨ ਲੋਕ ਨੇ, ਵੇਲ ਨਾ ਪਾਈਆ ਪੰਡਤੀ, ਉਹਨਾਂ ਪੰਡਤਾਂ ਨੇ ਵੀ ਉਸ ਵੇਲੇ ਨੂੰ ਪ੍ਰਾਪਤ ਨਹੀਂ ਕੀਤਾ ਵੀ ਉਹ ਕਿਹੜਾ ਵੇਲਾ ਸੀ, ਰਾਤ ਦਾ ਵੇਲਾ ਸੀ ਜਾਂ ਦਿਨ ਦਾ ਵੇਲਾ ਸੀ, ਇਹਦੇ ਬਾਰੇ ਉਹ ਵੀ ਨਹੀਂ ਜਾਣ ਸਕੇ। ਜੇ ਹੋਵੇ ਲੇਖ ਪੁਰਾਣ, ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੁੰਦਾ ਬਈ ਫਲਾਣੇ ਸਮੇਂ ਦੇ ਵਿੱਚ ਵਾਹਿਗੁਰੂ ਨੇ ਸੰਸਾਰ ਦੀ ਇਹ ਸਾਰੀ ਆਕਿਰਤੀ ਘੜੀ ਹੈ, ਲੇਖ ਪੁਰਾਣ, ਵੀ ਉਹ ਵੀ ਪੁਰਾਣਾ ਵਾਂਗੂ ਕੋਈ ਨਾ ਕੋਈ ਪੁਰਾਣ ਲਿਖ ਦਿੰਦੇ। ਜਿਵੇਂ ਹੁਣ ਬਿਆਸ ਜੀ ਨੇ 18 ਪੁਰਾਣ ਲਿਖੇ ਨੇ, ਔਰ ਉਹ ਇੱਕ 19ਵਾਂ ਪੁਰਾਣ ਹੋਰ ਲਿਖ ਦਿੰਦੇ। ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਸੰਸਾਰ ਵਾਹਿਗੁਰੂ ਨੇ ਕਦੋਂ ਬਣਾਇਆ ਹੈ। ਪਰ ਹਜ਼ੂਰ ਕਹਿੰਦੇ ਸੱਚ ਤਾਂ ਇਹ ਹੈ, ਇਹ ਸੰਸਾਰ ਨੂੰ ਕਿਉਂ ਬਣਾਇਆ ਹੈ ਤੇ ਕਿਵੇਂ ਬਣਾਇਆ ਹੈ ਤੇ ਕਦੋਂ ਬਣਾਇਆ ਹੈ, ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਸੋਹਣੀ ਗੱਲ ਲਿਖੀ ਹੈ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਹੁਣ ਜਿਹੜਾ ਪੁੱਤਰ ਹੈ ਉਹ ਆਪਣੇ ਪਿਤਾ ਦੇ ਜਨਮ ਦੇ ਬਾਰੇ ਕੀ ਜਾਣ ਸਕਦਾ ਹੈ, ਕਿਉਂਕਿ ਪਿਤਾ ਪਹਿਲਾਂ ਹੁੰਦਾ ਤੇ ਪੁੱਤਰ ਪਿੱਛੋਂ ਹੁੰਦਾ। ਜਿਵੇਂ ਪੁੱਤਰ ਆਪਣੇ ਪਿਤਾ ਦੇ ਜਨਮ ਦੀ ਤਿਥੀ ਬਾਰੇ, ਉਸ ਸਮੇਂ ਦੇ ਵਾਕਿਆਤ ਕੀ ਸਨ, ਉਸ ਦੇ ਬਾਰੇ ਨਹੀਂ ਕੁਝ ਜਾਣ ਸਕਦਾ, ਇਸੇ ਤਰ੍ਹਾਂ ਜਦੋਂ ਵਾਹਿਗੁਰੂ ਨੇ ਸੰਸਾਰ ਬਣਾਇਆ ਹੈ ਤੇ ਕੋਈ ਵੀ ਮਨੁੱਖ ਇਸ ਗੱਲ ਨੂੰ ਜਾਣ ਨਹੀਂ ਸਕਿਆ ਤੇ ਨਾ ਹੀ ਜਾਣ ਸਕੇਗਾ। ਸਿਰਫ ਕਿਆਸ ਨੇ, ਖਿਆਲ ਨੇ, ਕਿਆਸ ਹੋ ਸਕਦੇ ਨੇ, ਪਰ ਕੋਈ ਹਕੀਕਤ ਨਹੀਂ ਇਹਦੇ ਬਾਰੇ ਜਾਣ ਸਕਦਾ। ਹਜ਼ੂਰ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ, ਜਿਹੜੇ ਪੰਡਤ ਲੋਕਾਂ ਨੇ ਵੀ ਉਹ ਸਮੇਂ ਨੂੰ ਪ੍ਰਾਪਤ ਨਹੀਂ ਕੀਤਾ, ਤੇ ਜੇ ਭਾਈ ਉਹਨਾਂ ਨੂੰ ਇੰਨਾ ਪਤਾ ਹੁੰਦਾ ਤੇ ਉਹ ਵੀ
ਇੱਕ ਹੋਰ ਪੁਰਾਣ ਦਾ ਲੇਖ ਲਿਖ ਦਿੰਦੇ, ਉਹਦੇ ਵਿੱਚੋਂ ਪਤਾ ਲੱਗ ਜਾਂਦਾ ਵੀ ਹਾਂ ਫਲਾਣੇ ਦਿਨ ਹੀ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਬਣਾਇਆ ਸੀ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਹਜ਼ੂਰ ਕਹਿੰਦੇ ਦੂਜੇ ਪਾਸੇ ਇਸਲਾਮ ਧਰਮ ਹੈ, ਉਹਦੇ ਵਿੱਚ ਵੀ ਬੜੇ ਬੜੇ ਵਿਦਵਾਨ, ਕਈ ਬੜੇ ਉੱਚ ਕੋਟੀ ਦੇ ਕੋਈ ਮਹਾਂਪੁਰਖ ਹੋਏ ਨੇ, ਪਰ ਹਜ਼ੂਰ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ। ਜਿਹੜੇ ਹਿੰਦੂ ਧਰਮ ਦੇ ਵੱਡੇ ਵੱਡੇ ਵਿਦਵਾਨ ਪੰਡਤ ਸਨ ਜੀ, ਉਹਨਾਂ ਨੂੰ ਨਹੀਂ ਸਮੇਂ ਦਾ ਪਤਾ ਲੱਗ ਸਕਿਆ। ਉਹਨਾਂ ਦੇ ਮੁਕਾਬਲੇ ਤੇ ਜਿਹੜਾ ਇਸਲਾਮ ਧਰਮ ਹੈ, ਵਕਤ ਨਾ ਪਾਇਓ ਕਾਦੀਆਂ, ਉਹਨਾਂ ਕਾਜ਼ੀਆਂ ਨੇ ਵੀ ਉਹ ਵਕਤ ਨੂੰ ਨਹੀਂ ਪ੍ਰਾਪਤ ਕੀਤਾ। ਜੇ ਲਿਖਣ ਲੇਖ ਕੁਰਾਨ, ਜੇ ਉਹਨਾਂ ਨੂੰ ਵੀ ਵਕਤ ਦਾ ਪਤਾ ਲੱਗ ਜਾਂਦਾ ਤੇ ਉਹ ਵੀ ਕੁਰਾਨ ਵਰਗਾ ਕੋਈ ਨਾ ਕੋਈ ਹੋਰ ਲਿਖ ਦਿੰਦੇ। ਜਿਵੇਂ ਕੁਰਾਨ ਦੇ ਵਿੱਚ 30 ਸਿਪਾਰੇ ਲਿਖੇ ਨੇ ਤੇ ਮੁਹੰਮਦ ਸਾਹਿਬ ਨੂੰ ਜੋ ਪੈਗਾਮ ਆਏ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਬਹੁਤ ਸਾਰੀਆਂ ਐਤਾਂ ਲਿਖੀਆਂ ਹੋਈਆਂ ਨੇ, ਤੇ ਜੇ ਉਹਨਾਂ ਕਾਜ਼ੀਆਂ ਨੂੰ, ਵਿਦਵਾਨਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਸਮੇਂ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਤਾ, ਤੇ ਬਈ ਉਹ ਵੀ ਕੁਰਾਨ ਸ਼ਰੀਫ ਦੇ ਵਿੱਚ ਕੁਝ ਨਾ ਕੁਝ ਲਿਖ ਜਾਂਦੇ, ਤੇ ਜਾਂ ਕੁਰਾਨ ਵਰਗਾ ਕੋਈ ਹੋਰ ਕੋਈ ਗ੍ਰੰਥ ਲਿਖ ਜਾਂਦੇ ਜਿਹਦੇ ਵਿੱਚ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ। ਪਰ ਨਾ ਤੇ ਜਿਹੜੇ ਹਿੰਦੂਆਂ ਦੇ ਪੰਡਤ ਸਨ, ਵਿਦਵਾਨ ਲੋਕ, ਉਹਨਾਂ ਨੂੰ ਉਸ ਬਾਰੇ ਪਤਾ ਲੱਗਿਆ ਹੈ, ਤੇ ਨਾ ਹੀ ਜਿਹੜੇ ਇਸਲਾਮ ਦੀ ਦੁਨੀਆ ਦੇ ਬੜੇ ਬੜੇ ਕਾਜ਼ੀ ਵਿਦਵਾਨ ਲੋਕ ਨੇ, ਉਹਨਾਂ ਨੂੰ ਵੀ ਉਸ ਸਮੇਂ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਬੜੇ ਬੜੇ ਯੋਗੀ ਨੇ, ਯੋਗ ਸਾਧਨ ਕਰਕੇ ਤੇ ਕਈ ਕਈ ਸੈਂਕੜੇ ਹਜ਼ਾਰਾਂ ਵਰੇ ਦਸਵੇਂ ਦੁਆਰ ਦੇ ਵਿੱਚ ਹੀ ਸਮਾਧੀ ਲਾਈ ਰੱਖਦੇ ਨੇ, ਤੇ ਜਿਹੜੇ ਯੋਗੀ ਲੋਕ ਨੇ ਉਹ ਵੀ ਥਿਤ ਤੇ ਵਾਰ ਦਿਨ ਦੇ ਬਾਰੇ ਨਹੀਂ ਜਾਣ ਸਕੇ ਵੀ ਕਿਹੜੀ ਥਿਤ, ਕਿਹੜੀ ਤਾਰੀਖ ਨੂੰ ਤੇ ਕਿਹੜੇ ਦਿਨ ਨੂੰ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਕੀਤੀ। ਯੋਗੀ ਵੀ ਨਹੀਂ ਇਸ ਗੱਲ ਨੂੰ ਜਾਣ ਸਕੇ। ਰੁੱਤ ਮਾਹੋ ਨਾ ਕੋਈ, ਤੇ ਜਿਹੜੇ ਹੁਣ ਬੜੇ ਬੜੇ ਸਾਇੰਸਦਾਨ ਨੇ, ਦਰਸ਼ਕ ਨੇ, ਚਿੰਤਕ ਨੇ, ਵਿਗਿਆਨੀ ਨੇ, ਉਹ ਵੀ ਇਸ ਗੱਲ ਨੂੰ ਜਾਣ ਨਹੀਂ ਸਕੇ ਵੀ ਉਸ ਵੇਲੇ ਰੁੱਤ ਕਿਹੜੀ ਸੀ ਤੇ ਮਹੀਨਾ ਕਿਹੜਾ ਸੀ। ਕਿਉਂਕਿ ਸਾਰੇ ਪਿਛਲੇ ਸਵਾਲਾਂ ਦੇ ਜਵਾਬ ਗੁਰੂ ਮਹਾਰਾਜ ਨੇ ਬੜੇ ਸੋਹਣੇ ਢੰਗ ਦੇ ਨਾਲ ਤੇ ਬੜੀ ਸੋਹਣੀ ਤਰਤੀਬ ਦੇ ਨਾਲ ਦਿੱਤੇ ਨੇ ਵੀ ਪੰਡਤਾਂ ਨੇ ਵੇਲਾ ਨਹੀਂ ਲੱਭਿਆ, ਕਾਜ਼ੀਆਂ ਨੇ ਵਕਤ ਨਹੀਂ ਪ੍ਰਾਪਤ ਕੀਤਾ, ਯੋਗੀਆਂ ਨੇ ਥਿਤਵਾਰ ਦਾ ਪਤਾ ਨਹੀਂ ਲਾਇਆ, ਤੇ ਜਿਹੜੇ ਹੋਰ ਵਿਦਵਾਨ ਲੋਕ ਨੇ ਉਹਨਾਂ ਨੇ ਰੁੱਤ ਤੇ ਮਹੀਨੇ ਦੇ ਬਾਰੇ ਕੋਈ ਜਾਣਕਾਰੀ ਹਾਸਲ ਨਾ ਕੀਤੀ। ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਫਿਰ ਮਹਾਰਾਜ ਠੀਕ ਹੈ, ਤੁਸਾਂ ਤੇ ਇਹ ਗੱਲ ਦੱਸ ਦਿੱਤੀ ਵੀ ਕਿਸੇ ਨੂੰ ਵੀ ਉਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਵੀ ਵਾਹਿਗੁਰੂ ਨੇ ਸੰਸਾਰ ਕਦੋਂ ਬਣਾਇਆ, ਕਿਵੇਂ ਬਣਾਇਆ ਅਤੇ ਕਿਉਂ ਬਣਾਇਆ ਹੈ। ਇਹ ਜਿਹੜੇ 3 ਸਵਾਲ ਨੇ, ਇਹਦਾ ਜਵਾਬ ਕੋਈ ਨਹੀਂ ਹੁਣ ਤੱਕ ਦੇ ਸਕਿਆ। ਹਜ਼ੂਰ ਕਹਿੰਦੇ ਨੇ ਬਈ ਅਸੀਂ ਇਹਦੇ ਬਾਰੇ ਇਹੀ ਕਹਿ ਸਕਦੇ ਹਾਂ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ। ਜਦੋਂ ਕਰਤਾ ਪੁਰਖ ਵਾਹਿਗੁਰੂ ਇਹ ਸ੍ਰਿਸ਼ਟੀ ਨੂੰ ਸਾਜਦਾ ਹੈ, ਆਪੇ ਜਾਣੈ ਸੋਈ, ਉਹੀ ਇਸ ਨੂੰ ਜਾਣਦਾ ਹੈ ਵੀ ਉਹਨੇ ਸੰਸਾਰ ਨੂੰ ਕਿਉਂ ਬਣਾਇਆ, ਕਿਵੇਂ ਬਣਾਇਆ ਤੇ ਕਦੋਂ ਬਣਾਇਆ। ਇਹ ਬਣਾਉਣ ਵਾਲੇ ਨੂੰ ਹੀ ਪਤਾ ਹੈ, ਹੋਰ ਨਹੀਂ ਇਹਦੇ ਬਾਰੇ ਕੋਈ ਵੀ ਕੁਝ ਜਾਣ ਸਕਦਾ। ਸਿਰਫ ਅਨੁਮਾਨ ਨੇ, ਕਿਆਸ ਅਰਾਈਆਂ ਨੇ। ਸਤਿਗੁਰੂ ਦੇ ਬਚਨ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਵਾਹਿਗੁਰੂ ਦੀ ਅਗਮ ਅਗਾਧ ਗਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ। ਜਦੋਂ ਹੈ ਹੀ ਨਹੀਂ ਸੀ ਕੋਈ ਉਸ ਵੇਲੇ, ਤੇ ਜਾਣਨਾ ਕਿਸੇ ਨੇ ਕਿਵੇਂ ਆ। ਜੇ ਤਾਂ ਉਸ ਵੇਲੇ ਕੋਈ ਹੁੰਦਾ ਦੇਖਣ ਵਾਲਾ ਤਾਂ ਉਹ ਦੱਸ ਸਕਦਾ ਸੀ, ਪਰ ਸਤਿਗੁਰੂ ਮਹਾਰਾਜ ਨੇ ਆਖਿਆ ਉਸ ਵੇਲੇ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੀ। ਆਪੇ ਵੱਡ ਪਾਤਸ਼ਾਹੋ ਆਪ ਵਜ਼ੀਰ ਟਿਆ, ਆਪ ਹੀ ਉਹ ਪਾਤਸ਼ਾਹ ਸੀ ਤੇ ਆਪ ਹੀ ਉਹ ਵਜ਼ੀਰ ਸੀ, ਕੋਈ ਸਲਾਹਕਾਰ ਉਸਦਾ ਹੈ ਹੀ ਨਹੀਂ ਸੀ। ਤੇ ਜਦੋਂ ਉਹਨੇ ਸ੍ਰਿਸ਼ਟੀ ਸਾਜੀ ਹੈ ਤੇ ਉਹਨੂੰ ਹੀ ਪਤਾ ਹੈ ਇਹਦੇ ਬਾਰੇ, ਉਹਨੇ ਕਿਉਂ ਸਾਜੀ ਹੈ, ਕਿਵੇਂ ਸਾਜੀ ਹੈ ਤੇ ਕਦੋਂ ਸਾਜੀ ਹੈ। ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਇਸ ਕੰਮ ਦੇ ਬਾਰੇ ਤਵੱਜੋ ਦੇਣ ਦੀ ਲੋੜ ਹੀ ਕੋਈ ਨਹੀਂ। ਸਾਡੀ ਤਾਂ ਜ਼ਿੰਦਗੀ ਬੜੀ ਛੋਟੀ ਹੈ, ਇਹਨੂੰ ਸਫਲ ਕਰਨ ਦੀ ਸੋਚੋ। ਹੁਣ ਜੀ ਆਪਾਂ ਇਸ ਬਾਰੇ ਜਾਣਨ ਲੱਗ ਪਏ ਵੀ ਸੰਸਾਰ ਕਦੋਂ ਬਣਾਇਆ, ਕਿਵੇਂ ਬਣਾਇਆ, ਕਿਉਂ ਬਣਾਇਆ, ਇਹ ਗੱਲ ਸਾਡੀ ਸਮਝ ਦੇ ਵਿੱਚ ਆਉਣ ਵਾਲੀ ਹੀ ਨਹੀਂ। ਹਜ਼ੂਰ ਕਹਿੰਦੇ ਜਿਸਨੇ ਸਾਜੀ ਹੈ ਇਹਦੇ ਬਾਰੇ ਤਾਂ ਉਹੀ ਜਾਣਦਾ, ਤੇ ਸਾਡਾ ਕੰਮ ਹੈ ਉਹਦੀ ਭਗਤੀ ਕਰਨੀ, ਉਹਦਾ ਸਿਮਰਨ ਕਰਨਾ। ਹਜ਼ੂਰ ਕਹਿੰਦੇ ਨੇ ਕਿਵ ਕਰ ਆਖਾਂ, ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ
ਕਿੰਨਾ ਅੱਖਰਾਂ ਦੇ ਨਾਲ ਆਖਾਂ ਦਾ ਅਰਥ ਹੈ ਬਿਆਨ ਕਰਾਂ। ਕਿਵਸਾ ਲਾਹੀ ਤੇ ਕਿਹੜੇ ਸ਼ਬਦਾਂ ਦੁਆਰਾ ਮੈਂ ਉਸ ਦੀ ਵਡਿਆਈ ਕਰਾਂ। ਕਿਉਂ ਵਰਣੀ ਕਿਵ ਜਾਣਾ ਤੇ ਕਿਵੇਂ ਮੈਂ ਵਰਣੀ ਦਾ ਅਰਥ ਉਸ ਦਾ ਕੋਈ ਵਿਖਿਆਨ ਕਰਾਂ, ਕੋਈ ਖੁਲਾਸਾ ਕਰਾਂ। ਤੇ ਕਿਵ ਜਾਣਾ ਤੇ ਕਿਵੇਂ ਮੈਂ ਉਸ ਨੂੰ ਸਮਝਾਂ। ਕਿਉਂਕਿ ਨਾ ਤੇ ਮੇਰੇ ਕੋਲੇ ਉਹ ਅੱਖਰ ਨੇ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਆ ਜਿਹੜੇ ਦ੍ਰਿਸ਼ਟਮਾਨ ਅੱਖਰ ਨੇ ਇਹਨਾਂ ਤੋਂ ਵਾਹਿਗੁਰੂ ਨਿਰਲੇਪ ਹੈ। ਇਹਨਾਂ ਅੱਖਰਾਂ ਦੀ ਕੈਦ ਵਿੱਚ ਉਹ ਆ ਨਹੀਂ ਸਕਦਾ। ਤੇ ਨਾ ਹੀ ਮੇਰੇ ਕੋਲੇ ਉਹ ਸ਼ਬਦ ਨੇ ਜਿਨ੍ਹਾਂ ਦੇ ਨਾਲ ਮੈਂ ਵਡਿਆਈ ਕਰ ਸਕਾਂ, ਕਿਉਂਕਿ ਮਨੁੱਖ ਦੀ ਬੋਲੀ ਦੇ ਸ਼ਬਦ ਤੇ ਬੜੇ ਅਧੂਰੇ ਨੇ। ਕਿਉਂ ਵਰਣੀ ਤੇ ਮੇਰੇ ਕੋਲੇ ਉਹ ਉਦਾਹਰਨਾਂ ਵੀ ਨਹੀਂ ਜਿਹਦੇ ਨਾਲ ਮੈਂ ਵਾਹਿਗੁਰੂ ਪਰਮੇਸ਼ਰ ਦਾ ਕੋਈ ਵਿਖਿਆਨ, ਕੋਈ ਖੁਲਾਸਾ ਕਰ ਸਕਾਂ। ਤੇ ਕਿਵ ਜਾਣਾ, ਮੇਰੀ ਬੁੱਧੀ ਵੀ ਇੰਨੀ ਕਾਰਗਰ ਨਹੀਂ ਕਿ ਮੈਂ ਉਸ ਨੂੰ ਸਮਝ ਹੀ ਸਕਾਂ। ਮਨੁੱਖ ਦੀ ਬੁੱਧੀ ਵਾਹਿਗੁਰੂ ਪਰਮੇਸ਼ਰ ਬਾਰੇ ਕੁਛ ਨਹੀਂ ਜਾਣ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਵੇਂ ਕੋਈ ਕਿੰਨਾ ਵੀ ਯਤਨ ਕਰੇ ਤੇ ਵਾਹਿਗੁਰੂ ਪਰਮੇਸ਼ਰ ਬਾਰੇ ਉਹ ਕੁਝ ਵੀ ਨਹੀਂ ਦੱਸ ਸਕੇਗਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਨੁੱਖ ਦਾ ਸੁਭਾਵ ਹੈ ਇੱਕ ਦੂ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਬਣ ਕੇ। ਨਾਨਕ ਆਖਣ ਸਭ ਕੋ ਆਖੈ। ਹਜ਼ੂਰ ਕਹਿੰਦੇ ਨੇ ਆਖਣ ਨੂੰ ਤਾਂ ਸਾਰੇ ਹੀ ਹਰ ਕੋਈ ਆਖਦਾ ਹੈ। ਭਾਵ ਹਰ ਆਦਮੀ, ਹਰ ਵਿਦਵਾਨ ਜਿੰਨੀ ਕੁ ਉਸ ਨੂੰ ਰੱਬ ਨੇ ਬੁੱਧੀ ਦਿੱਤੀ ਹੈ, ਕੋਈ ਬੋਲਣ ਦੀ, ਸਮਝਣ ਦੀ ਸ਼ਕਤੀ ਦਿੱਤੀ ਹੈ, ਉਹ ਇੱਕ ਤੋਂ ਸਿਆਣਾ ਬਣ ਕੇ ਤੇ ਸਭ ਕੋਈ ਆਖਣ ਦਾ ਯਤਨ ਕਰ ਰਿਹਾ ਹੈ ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੱਧ ਤੋਂ ਵੱਧ ਦੱਸ ਸਕਾਂ। ਪਰ ਉਹਦੇ ਬਾਰੇ ਸੰਪੂਰਨ ਰੂਪ ਦੇ ਵਿੱਚ ਕੁਝ ਵੀ ਕਹਿਣਾ ਨਾਮੁਮਕਿਨ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ ਵੀ 4 ਸੂਰਮੇ ਸਨ। ਉਹਨਾਂ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਚਲੋ ਆਪਾਂ ਹਾਥੀ ਵੇਖ ਕੇ ਆਉਣਾ। ਉਹ ਜਦੋਂ ਹਾਥੀ ਦੇ ਕੋਲ ਚਲੇ ਗਏ, ਹੁਣ ਹੈ ਸੀ ਸੂਰਮੇ, ਹੁਣ ਉਹਨਾਂ ਨੂੰ ਅੱਖਾਂ ਦੇ ਨਾਲ ਤੇ ਵੇਖਣਾ ਮੁਸ਼ਕਲ ਸੀ ਤੇ ਉਹਨਾਂ ਨੇ ਫਿਰ ਟੋ ਕੇ ਹਾਥੀ ਦੇ ਸਰੀਰ ਨੂੰ ਵੇਖਣਾ ਸ਼ੁਰੂ ਕੀਤਾ। ਇੱਕ ਸੂਰਮੇ ਨੇ ਉਹਦੀ ਸੁੰਡ ਨੂੰ ਹੱਥ ਲਾ ਕੇ ਦੇਖਿਆ, ਦੂਸਰੇ ਨੇ ਕੰਨਾਂ ਨੂੰ ਹੱਥ ਲਾ ਕੇ ਦੇਖਿਆ, ਤੀਸਰੇ ਨੇ ਲੱਤਾਂ ਨੂੰ ਹੱਥ ਲਾ ਕੇ ਦੇਖਿਆ ਤੇ ਚੌਥੇ ਨੇ ਉਹਦੇ ਪੇਟ ਦੇ ਹੱਥ ਫੇਰ ਕੇ ਦੇਖਿਆ। ਜਦੋਂ ਚਾਰੇ ਇਕੱਠੇ ਹੋਏ ਆਪਸ ਵਿੱਚ ਉਹਨਾਂ ਨੇ ਬਹਿਸ ਕੀਤੀ, ਕਹਿੰਦੇ ਵੀ ਤੂੰ ਕਿਹੋ ਜਿਹਾ ਹਾਥੀ ਵੇਖਿਆ। ਉਹ ਜਿਹਨੇ ਸੁੰਡ ਨੂੰ ਹੱਥ ਲਾਇਆ ਸੀ ਉਹ ਕਹਿਣ ਲੱਗਾ ਮੈਂ ਤੇ ਅਸਰਾਲ ਵਰਗਾ ਹਾਥੀ ਵੇਖਿਆ। ਤੇ ਜਿਹਨੇ ਕੰਨਾਂ ਨੂੰ ਹੱਥ ਲਾਏ ਕਹਿੰਦਾ ਮੈਂ ਤੇ ਛੱਜ ਵਰਗਾ ਹਾਥੀ ਦੇਖਿਆ। ਤੇ ਜਿਹਨੇ ਲੱਤਾਂ ਨੂੰ ਹੱਥ ਲਾਇਆ ਸੀ ਕਹਿੰਦਾ ਮੈਂ ਤੇ ਜਿਵੇਂ ਆ ਮੋਟੇ ਥੰਮ ਹੁੰਦੇ ਨੇ, ਮੈਂ ਤੇ ਥੰਮ ਵਰਗਾ ਹਾਥੀ ਦੇਖਿਆ। ਤੇ ਜਿਹਨੇ ਪੇਟ ਨੂੰ ਹੱਥ ਲਾਇਆ ਸੀ ਕਹਿੰਦਾ ਨਹੀਂ ਮੈਂ ਤੇ ਪਾਥੀਆਂ ਦੇ ਗਹੀਰੇ ਵਰਗਾ ਹਾਥੀ ਵੇਖਿਆ। ਉਹ ਇੱਕ ਅੰਗ ਨੂੰ ਉਹਨਾਂ ਨੇ ਟਟੋਲ ਕੇ ਦੇਖਿਆ ਸੀ, ਉਹਨਾਂ ਹੀ ਉਹ ਦੱਸ ਸਕਦੇ ਸੀ। ਗਲਤ ਉਹ ਵੀ ਨਹੀਂ ਸੀ, ਪਰ ਸੰਪੂਰਨ ਹਾਥੀ ਦਾ ਰੂਪ ਜਿਸਨੇ ਵੇਖਿਆ ਹੋਵੇ ਉਹੀ ਉਹਦੇ ਬਾਰੇ ਦੱਸ ਸਕਦਾ ਸੀ। ਆ ਜਿੰਨੇ ਵਿਦਵਾਨ ਨੇ ਔਰ ਉਹਨਾਂ ਨੇ ਜਿੰਨਾ ਕੁਛ ਲਿਖਿਆ ਹੈ ਬਸ ਉਹ ਸੂਰਮਿਆਂ ਵਾਂਗੂ ਟਟੋਲ ਕੇ ਉਹਨਾਂ ਨੇ ਉਸ ਬਾਰੇ ਲਿਖਿਆ ਹੈ। ਇੱਕ ਦੂ ਇੱਕ ਸਿਆਣਾ, ਇੱਕ ਤੋਂ ਸਿਆਣਾ ਹੋ ਕੇ ਉਹ ਦੱਸਣ ਦਾ ਯਤਨ ਕਰ ਰਿਹਾ ਹੈ। ਪਰ ਹਜ਼ੂਰ ਕਹਿੰਦੇ ਉਸ ਦੇ ਬਾਰੇ ਸੰਪੂਰਨ ਰੂਪ ਦੇ ਵਿੱਚ ਕੋਈ ਵੀ ਨਹੀਂ ਦੱਸ ਸਕਦਾ, ਨਾ ਹੀ ਕੋਈ ਜਾਣ ਸਕਦਾ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਲਓ ਹਜ਼ੂਰ ਕਹਿੰਦੇ ਨੇ ਉਹਦੇ ਬਾਰੇ ਤਾਂ ਇੰਨਾ ਹੀ ਕਹਿਣਾ ਬਣਦਾ ਹੈ, ਵਾਹਿਗੁਰੂ ਵੱਡਾ ਸਾਹਿਬ ਹੈ, ਸਭ ਤੋਂ ਵੱਡਾ ਪਾਤਸ਼ਾਹ ਹੈ। ਕਉ ਹਰ ਸਮਾਨ ਨਹੀਂ ਰਾਜਾ। ਵੱਡੀ ਨਾਈ, ਉਹਦੀ ਨਾਈ ਮਹਿਮਾ ਵੀ, ਵਡਿਆਈ ਵੀ ਸਭ ਤੋਂ ਵੱਡੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਕੀਤਾ ਜਾ ਕਾ ਹੋਵੇ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ। ਆ ਜੋ ਕੁਝ ਵੀ ਹੋ ਰਿਹਾ ਵਾਹਿਗੁਰੂ ਦਾ ਕੀਤਾ ਹੀ ਹੋ ਰਿਹਾ ਹੈ। ਉਹਦੇ ਹੁਕਮ ਤੋਂ ਬਿਨਾਂ ਪਤਾ ਵੀ ਨਹੀਂ ਹਿਲ ਸਕਦਾ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆਨ ਸੋ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਇਸ ਗੱਲ ਨੂੰ ਆਖੇ ਆਪੋ ਜਾਣੈ ਵੀ ਮੈਂ ਵੀ ਆਪਣੇ ਆਪ ਉਸ ਨੂੰ ਜਾਣ ਸਕਦਾ ਹਾਂ ਜਾਂ ਮੈਂ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ, ਜਿਹੜਾ ਇਹ ਗੱਲ ਆਖੇ ਨਾ ਅੱਗੇ ਗਿਆ ਨਾ ਸੋ ਹੈ, ਵੀ ਜਦੋਂ ਅੱਗੇ ਪ੍ਰਲੋਕ ਦੇ ਵਿੱਚ ਉਹ ਜਾਂਦਾ ਹੈ ਨਾ ਉੱਥੇ ਸ਼ੋਭਾ ਨਹੀਂ ਪ੍ਰਾਪਤ ਕਰੇਗਾ। ਕਿਉਂਕਿ ਜਿਹੜਾ ਇਹ ਕਹਿੰਦਾ ਮੈਂ ਰੱਬ ਨੂੰ ਜਾਣ ਲਿਆ, ਉਹਦੇ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ। ਤੇ ਜਿਹਨੇ ਉਸ ਨੂੰ ਜਾਣ ਲਿਆ ਔਰ ਉਹ ਬਿਲਕੁਲ ਖਾਮੋਸ਼ ਹੋ ਗਿਆ। ਜਿਨ ਹਰ ਪਾਇਆ ਤਿਨਹਿ ਛਪਾਇਆ, ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ।
ਜਿਹੜਾ ਆਖੇ ਮੈਂ ਉਸ ਨੂੰ ਜਾਣ ਲਿਆ, ਹਜ਼ੂਰ ਕਹਿੰਦੇ ਰੱਬ ਦੀ ਦਰਗਾਹ ਦੇ ਵਿੱਚ ਉਹ ਕਦੇ ਸੋਭਾ ਨਹੀਂ ਪ੍ਰਾਪਤ ਕਰਦਾ। ਉੱਥੇ ਤਾਂ ਉਹੀ ਸੋਭਾ ਪ੍ਰਾਪਤ ਕਰਦੇ ਨੇ, ਤੇ ਜਿਹੜੇ ਉਸ ਨੂੰ ਜਾਣਦੇ ਉਹਦੇ ਵਿੱਚ ਅਭੇਦ ਹੋ ਗਏ, ਉਹੀ ਉੱਥੇ ਸੋਭਾ ਪਾਉਂਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਐਸਾ ਪਾਵਨ ਪਵਿੱਤਰ ਅਮੋਲਕ ਉਪਦੇਸ਼ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਆਗਮ ਨਿਗਮ ਦੀ ਸੋਝੀ ਸਤਿਗੁਰੂ ਨੇ ਸਾਨੂੰ ਪ੍ਰਦਾਨ ਕੀਤੀ ਹੈ। ਆਪਾਂ ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।